ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਹੁਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਵਾਹਿਗੁਰੂ ਜੀ। ਇੱਕ ਦਿਨ ਬੈਠੇ ਸਤਿਗੁਰੂ ਸਭਾ, ਜਨ ਮੁਨ ਗਨ ਸੋ ਸੇਵਕੀ ਪ੍ਰਭਾ। ਲਾਉ ਪੁਰ ਭਿਖੈ ਨਾਮ ਸਹਾਰੀ, ਕੁਲ ਸੋਢੀ ਸ਼ੁਭ ਕਰਤੇ ਆਚਾਰੀ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ। ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਬੈਠੇ ਸਤਿਗੁਰੂ ਸਭਾ, ਜਨ ਮੁਨ ਗਨ ਸੋ ਸਿਵ ਕੀ ਪ੍ਰਭਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਿਨ ਸਭਾ ਦੇ ਵਿੱਚ ਬੈਠੇ ਨੇ ਕਿ ਜਿਵੇਂ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਔਰ ਸਤਿਗੁਰੂ ਜੀ ਨੇ ਇਹ ਸਾਰਾ ਸ਼ਲੋਕ ਜਿਹੜਾ ਆਪ ਜੀ ਨੇ ਸਰਵਣ ਕੀਤਾ ਔਰ ਸਮਝਾਇਆ ਕਿ ਭਈ ਉੱਠਦਿਆਂ ਨਾਲ ਗੁਰੂ ਕੇ ਸਿੱਖ ਨੇ ਸਭ ਤੋਂ ਪਹਿਲੋਂ ਇਸ਼ਨਾਨ ਤੋਂ ਪਹਿਲਾ ਕੰਮ ਹੈ ਵਾਹਿਗੁਰੂ। ਅੱਖ ਖੁੱਲੇ, ਅੱਖ ਖੁੱਲਣ ਤੋਂ ਪਹਿਲੋਂ ਜ਼ੁਬਾਨ ਤੇ ਰਸਨਾ ਤੇ ਆਵੇ ਵਾਹਿਗੁਰੂ। ਔਰ ਫਿਰ ਉਦਮ ਕਰੇ, ਇਸ਼ਨਾਨ ਕਰੇ, ਫਿਰ ਸੰਗਤ ਵਿੱਚ ਆਵੇ, ਦਿਨੇ ਗੁਰਬਾਣੀ ਪੜ੍ਹੇ, ਚੱਲਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਗੁਰੂ ਗੁਰੂ ਜਪੇ। ਇਹ ਸਿੱਖ ਦੀ ਰਹਿਣੀ ਗੁਰੂ ਸਾਹਿਬ ਨੇ ਸਮਝਾਈ ਸੀ। ਔਰ ਅੱਜ ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਦੀ ਉਸ ਪਾਵਨ ਧਰਤੀ 'ਤੇ ਬਿਰਾਜਮਾਨ ਨੇ। ਦੀਵਾਨ ਸੱਜਿਆ ਹੋਇਆ ਹੈ। ਲਾਭਪੁਰ ਵਿਖੇ ਨਾਮ ਸੰਹਾਰੀ, ਕੁਲ ਸੋਢੀ ਸ਼ੁਭ ਕਰਤੇ ਆਚਾਰੀ। ਕਹਿੰਦੇ ਲਾਹੌਰ ਦੇ ਰਹਿਣ ਵਾਲਾ ਇੱਕ ਜਿੰਦਾ ਨਾਂ ਸਹਾਰੀ ਵੱਲ ਹੈ, ਸੋਢੀ ਕੁਲ ਦੇ ਵਿੱਚੋਂ ਹੈ ਔਰ ਬੜੇ ਸ਼ੁਭ ਉੱਚਾ ਆਚਰਣ ਹੈ। ਰਾਮਦਾਸ ਸਤਿਗੁਰੂ ਕੋ ਤਾਇਆ, ਤਿਸ ਕੋ ਸੁਤ ਗੁਣ ਸਹਿਤ ਸੁਹਾਇਆ। ਇਹ ਸਹਾਰੀ ਮੱਲ ਅਸਲ ਵਿੱਚ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਇਆ ਜੀ, ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਦੇ ਵੱਡੇ ਭਰਾ। ਇਹ ਸਹਾਰੀ ਮੱਲ ਉਹਨਾਂ ਦਾ ਪੁੱਤਰ ਹੈ। ਸਤਿਗੁਰੂ ਦੇ ਧੰਨ ਗੁਰੂ ਰਾਮਦਾਸ ਜੀ ਦੇ ਤਾਏ ਦਾ ਪੁੱਤਰ ਹੈ, ਭਰਾ ਹੈ। ਸਕਟ ਅਰੂੜ ਹੋਏ ਘਰ ਆਇਓ, ਚਤੁਰਦਾਸ ਆਪਣੇ ਸੰਗ ਲੈ ਆਇਓ। ਕਹਿੰਦੇ ਭਾਈ ਸਹਾਰੀ ਮੱਲ ਇਹ ਲਾਹੌਰ ਤੋਂ ਗੱਡੇ 'ਤੇ ਬੈਠ ਕੇ ਆਇਆ ਹੈ। ਇਹਨੇ ਆਪਣੇ ਨਾਲ 4 ਸੇਵਾਦਾਰ ਵੀ ਆਉਂਦੇ ਨੇ। ਗੋਬਿੰਦਵਾਲ ਸੋ ਉਤਰਿਓ ਆਈ, ਗਇਓ ਗੁਰੂ ਢਿਗਲੇ ਮਠਿਆਈ। ਇਹਨੇ ਪਹਿਲੋਂ ਆ ਕੇ ਗੋਬਿੰਦਵਾਲ ਸਾਹਿਬ ਉਤਾਰਾ ਕੀਤਾ ਕਿਉਂਕਿ ਇਹਨੂੰ ਇਹ ਪਤਾ ਲੱਗਿਆ ਸੀ ਕਿ ਧੰਨ ਗੁਰੂ ਰਾਮਦਾਸ ਜੀ ਗੋਬਿੰਦਵਾਲ ਸਾਹਿਬ ਰਹਿੰਦੇ ਨੇ।
पर इत्थे आके जदों पता लगता कि सतगुरु धन गुरु रामदास जी वो तो दरबार साहब पावन अमृत सरोवर की सेवा करा रहे हैं। इतों कहते सहारे मल जी वो कुछ मठियाई गड्ढे ते लैके आए सी और बहुत सारी लैके आया सी कि अज की तरह केवल किलो का डब्बा नहीं सी कि पता सी गुरु घर दे विच जाना संगतां बेअंत ने और गड्ढे के उत्ते खुली मठियाई लदी हुई सी। ये सतगुरु धन गुरु रामदास जी के कोल अमृतसर पहुंचे है। हाथ जोर बंधन चाहे करियो रामदास सतगुरु ने हरियो। हुण भाई सहारे मल क्योंकि सतगुरु धन गुरु रामदास जी के ताए के पुत्र ने भरा ने और उम्र करके गुरु साहब तो वड्डे ने। जदों भाई सहारे मल ने हाथ जोड़ के गुरु साहब के चरणों के विच सिर रखने का यतन किया, मत्था टेकन लग्या और धन गुरु रामदास जी ने अगों मत्थे नूं हत्थां दे नाल फड़ लिया। गुरु साहब ने देखा कि सहारी मल है वड्डा भरा है। एक तो लख्यो बड़ो यह प्राता कर्म करत शुभ दुतीए जाता। कहते जदों सतगुरु धन गुरु रामदास जी ने देखा एक तो रिश्ते दे विचों भरा है तो उम्र करके वड्डा है, तो दूजा जिहड़े कर्म करदा आचरण भी बड़ा वड्डा है। तृतीय ताई को सुत्या है हम टिके आयो चाह उमाहे। ते तीजा साडे ताए दा पुत्र है क्योंकि पिता दा भरा जिहड़ा है वो भी पिता तो वड्डा, ताए दा पुत्र है और ये भी मेरे तो वड्डा उम्र करके वड्डा है। और चौथी गल साडे कोल बड़े चाह दे नाल आया है याते तह के कर निर्वारे आप चरण पर बंधन धारे। इस करके सतगुरु धन गुरु रामदास जी ने अगों हाथ जोड़े। भाई सहारे मल नूं मत्था नहीं टेकण दिता, मत्था अपने हत्थां नाल फड़िया और गुरु साहब जी ने आप अगों शीश झुकाया है कि इम बिलोक कै नम्र अगारी बिस्मय होए कहत सहारी। क्योंकि सतगुरु धन गुरु रामदास जी रिश्ते की भी कदर करते हैं, वड्डा भरा है और धन गुरु रामदास जी चुक के आप चरणों ते हथ लाउंदे ने, भरा दा सत्कार है। पर सहारे मल वेख के बड़ा हैरान भी होया और हैरान होंदिया होया एकदम पिछे भी होया कि समर्थ गुरु धन गुरु रामदास जी वो मेरे पैरों नूं हथ लाउणगे। असमंजस नह करो गुसाई अब तुमको हम लखे ना भाई। तो जदों भाई सहारे मल पिछे हो के गुरु साहब जी नूं हथ नहीं लाउण दिता पैरां नूं और भाई सहारे मल ने बदो बदी पिछे हो के गुरु साहब के चरणों 'च सिर रख दिता। तो भाई सहारे मल जी कहते ने असमंजस ना पवो सतगुरु जी, तुसीं सारे जगत के गुरु हो, हुण मैं तुहानूं अपना भरा नहीं समझदा। अब तुमको हम लखे ना पाई, तुसीं केवल मेरे छोटे भरा नहीं, तुसीं मेरे गुरु हो। सतगुर रामदास कर संग जग कोर बन पद लहो उतंग। हुण तुसीं सतगुरु धन गुरु रामदास जी हो, सारी संगत आपदे चरणों 'च झुकदी है। धन गुरु नानक देव सच्चे पातशाह जी के उच्च पदवी ते बैठे हो। भाई सहारी मल जी हथ जोड़ के कहते हैं माननीय पे नरण हजारण सर्ब शक्त युत करत उदाहरण। सतगुरु जी तुसीं हजारां लोकां दे माननीय हो, हजारां लोग आप जी नूं नमस्कार करते हैं क्योंकि तुसीं सारियां दे समर्थ हो, सारियां दे गुरु हो और मेरे भी गुरु हो। हम संसारे पचे कुटुंब कबू न लहे हर नाम अलंब। सतगुरु जी तुसी आप रब, तुसी आप नारायण कला धार जग मह परवरे उन्हां दी थां ते विराजमान हो। असीं संसारी लोग संसार दे धंधिਆਂ विच फसे होए कि कबू न नेह हर को अलंब। असीं कदे हरि दा परमेश्वर दा नाम भी नहीं जपिया,
ਤੇ ਤੁਸੀਂ ਆਪ ਪਰਮੇਸ਼ਰ ਹੋ। ਤੇ ਜੇ ਤੁਸੀਂ ਮੇਰੇ ਪੈਰਾਂ ਵਿੱਚ ਪਾਓ, ਇਹ ਗੱਲ ਉਚਿਤ ਨਹੀਂ। ਪੁਣ ਸ੍ਰੀ ਰਾਮਦਾਸ ਜੀ ਕਹੈ ਬੜੇ ਭਰਾਤ ਕੋ ਪਦ ਤੁਮੇ ਹੈ। ਔਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਵਿੱਚ ਨਿਮਰਤਾ ਇੰਨੀ ਸੀ ਕਿ ਭਰਾ ਜੀ, ਸਤਿਗੁਰੂ ਜੀ ਮਿੱਠੇ ਬੋਲ ਬੋਲ ਕੇ ਕਹਿੰਦੇ ਨੇ, ਭਰਾ ਜੀ ਤੁਸੀਂ ਵੱਡੇ ਭਰਾ ਹੋ, ਤੇ ਵੱਡੇ ਭਰਾ ਦੀ ਪਦਵੀ ਤੇ ਤੁਹਾਡੇ ਕੋਲ ਹੈ ਨਾ। ਅਰਪਿਤ ਬੜੇ ਭਰਾਤ ਕੋ ਨੰਦਨ, ਇੱਕ ਤੁਸੀਂ ਮੇਰੇ ਵੱਡੇ ਭਰਾ ਹੋ, ਤੇ ਦੂਜੇ ਤੁਸੀਂ ਮੇਰੇ ਪਿਤਾ ਦੇ, ਤੁਹਾਡੇ ਪਿਤਾ ਜਿਹੜੇ ਨੇ ਮੇਰੇ ਪਿਤਾ ਦੇ ਵੱਡੇ ਭਰਾ ਨੇ। ਜਾਂ ਤੇ ਉਚਿਤ ਹਮੋ ਕੋ ਬੰਧਨ, ਇਸ ਕਰਕੇ ਨਮਸਕਾਰ ਤੇ ਸਾਨੂੰ ਹੀ ਕਰਨੀ ਚਾਹੀਦੀ, ਤੁਸੀਂ ਵੱਡੀ ਥਾਂ ਤੇ ਹੋ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਇਮ ਦੋਏ ਦਿਸ ਤੇ ਕਹਿਤ ਹੈ ਸਮੋ ਕਰੇ ਸੋ ਪ੍ਰੀਤ ਪਰਸ ਪਰ ਨਮੋ। ਸਤਿਕਾਰ ਹੀ ਸੀ, ਇਸ ਤਰ੍ਹਾਂ ਇੱਕ ਦੂਜੇ ਨਾਲ ਬਚਨ ਬੁਲਾ ਸਕੇ। ਔਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗਲੇ ਫਿਰ ਘੁੱਟ ਕੇ ਮਿਲੇ। ਬੈਠੇ ਕੁਸ਼ਲ ਪ੍ਰਸੰਨ ਕਰੇ ਆਛੇ, ਦੇਖ ਮਿਠਾਈ ਦਿਸ ਗੁਰ ਪਾਛੇ। ਸਤਿਗੁਰੂ ਜੀ ਨੇ ਆਨੰਦ ਮੰਗਲ ਪੁੱਛਿਆ ਹੈ, ਲਾਹੌਰ ਵਾਸੀਆਂ ਦੀ ਸੁਖ ਸ਼ਾਂਤ ਪੁੱਛੀ ਹੈ। ਔਰ ਫਿਰ ਸਤਿਗੁਰੂ ਜੀ ਮਠਿਆਈਆਂ ਵੱਲੇ ਦੇਖਦੇ ਨੇ, ਕਿਉਂਕਿ ਕਈ ਪੀਪੇ ਜਿਹੜੇ ਨੇ ਉਹ ਮਠਾਈਆਂ ਦੇ, ਸ਼ੱਕਰ ਪਾਰੇ ਲੱਡੂ ਉਹ ਭਰ ਕੇ ਲਿਆਏ ਸਨ। ਤੇ ਸਤਿਗੁਰੂ ਜੀ ਮਠਿਆਈਆਂ ਵੱਲ ਵੇਖ ਕੇ ਕਹਿੰਦੇ ਨੇ, ਭਾਵੇਂ ਸਭ ਕੁਝ ਜਾਣਦੇ ਨੇ, ਪਰ ਫਿਰ ਵੀ ਪੁੱਛਦੇ ਨੇ, ਕਾਰਨ ਕਵਣ ਆਪ ਆਗਵਨੂ ਤਜ ਕੇ ਕ੍ਰਿਤ ਸਗਲ ਨਿਜ ਭਵਨੂ। ਸਤਿਗੁਰੂ ਜੀ ਕਹਿੰਦੇ ਨੇ, ਭਰਾ ਜੀ ਕੀ ਕਾਰਨ ਹੈ ਕਿ ਆਪ ਜੀ ਚੱਲ ਕੇ ਆਏ ਹੋ, ਕਿਉਂਕਿ ਕੰਮ ਕਾਰ ਦਾ ਸਮਾਂ ਹੈ, ਫਸਲ ਪੱਕਣ ਵਾਲੀ ਹੈ, ਤੇ ਸਾਰੇ ਕੰਮ ਛੱਡ ਕੇ ਤੁਸੀਂ ਇਸ ਪਾਸੇ ਨੂੰ ਆਏ ਹੋ। ਉਰੇ ਮਠਿਆਈਆਂ ਕਾਸ ਦੇ ਲਈ ਨੇ। ਤਬ ਕਰ ਜੋਰ ਕਹਿਤ ਸੰਹਾਰੇ, ਤੁਮ ਸੋਡੇ ਕੁਲ ਮਹਿ ਉਜਿਆਰੇ। ਤੇ ਭਾਈ ਸਹਾਰੀ ਮੱਲ ਨੇ ਅੱਗੋਂ ਹੱਥ ਜੋੜ ਕੇ ਫਿਰ ਕਿਹਾ ਕਿ ਸਤਿਗੁਰੂ ਜੀ, ਤੁਸੀਂ ਸੋਡੇ ਕੁਲ ਦੇ ਦੀਪਕ ਹੋ, ਸੋਡੇ ਕੁਲ ਦੇ ਵਿੱਚ ਤੁਸੀਂ ਉਜਿਆਰਾ ਕੀਤਾ ਹੈ, ਤੁਹਾਡੇ ਕਰਕੇ ਸਾਡੇ ਸੋਡੇ ਕੁਲ ਨੂੰ ਭਾਗ ਲੱਗੇ ਨੇ। ਜਗ ਮਹਿ ਪ੍ਰਗਟ ਭਈ ਵਡਿਆਈ, ਸੋ ਮੈਂ ਕਹਿ ਲੱਗ ਕਹੂੰ ਸੁਣਾਈ। ਸਤਿਗੁਰੂ ਜੀ, ਤੁਹਾਡੀ ਵਡਿਆਈ ਤੇ ਸੰਸਾਰ ਦੇ ਵਿੱਚ ਹੈ, ਤਿੰਨਾਂ ਲੋਕਾਂ ਦੇ ਵਿੱਚ ਹੈ, ਪਰ ਤੁਹਾਡੇ ਕਰਕੇ ਸਾਡੇ ਸੋਢੀਆਂ ਦੇ ਵੀ ਬੜੀ ਵਡਿਆਈ ਹੈ ਸੰਸਾਰ 'ਚ। ਕਿੱਥੋਂ ਤੱਕ ਸੁਣਾਵਾਂ ਕਿ ਤੁਸੀਂ ਕਿੰਨੇ ਭਾਗ ਲਾਏ ਨੇ ਇਸ ਸੋਢੀ ਕੁਲ ਨੂੰ। ਅਬ ਤੁਮਰੇ ਭਤੀਜ ਕੇ ਉਹ ਵਿਆਹੂ, ਕਰਨ ਅਸ਼ੇਰੋ ਮੈਂ ਹਿਤ ਚਾਹੂੰ। ਤੇ ਸਤਿਗੁਰੂ ਜੀ, ਇਹ ਹੁਣ ਤੁਹਾਡੇ ਭਤੀਜੇ ਦਾ ਵਿਆਹ ਹੈ, ਔਰ ਇਹ ਵਿਆਹ ਮੈਂ ਬੜੇ ਸੋਹਣੇ ਢੰਗ ਦੇ ਨਾਲ ਕਰਨਾ ਚਾਹੁੰਦਾ। ਸੋ ਆਚੋ ਤੁਮ ਬਿਨ ਨਹਿ ਬਣਾਏ, ਇਮ ਆਇਓ ਮੈਂ ਠੱਠ ਕਰ ਮਨੈ। ਤੇ ਸਤਿਗੁਰੂ ਜੀ, ਉਹ ਚੰਗਾ ਵਿਆਹ ਤੁਹਾਡੇ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਬਸ ਮੈਂ ਤਾਂ ਇਹੀ ਵਿਚਾਰ ਲੈ ਕੇ ਤੁਹਾਡੇ ਕੋਲ ਆਇਆ ਹਾਂ ਕਿ ਵਿਆਹ ਚੰਗਾ ਕਰਨਾ ਤੇ ਤੁਹਾਡੇ ਤੋਂ ਬਿਨਾਂ ਚੰਗਾ ਹੋਣਾ ਨਹੀਂ। ਸਭ ਮੈਂ ਆਪ ਹੋਏ ਸਿਰ ਮੋਰ, ਕਰੋ ਵਿਆਹੋ ਚੱਲ ਕੇ ਤਿਸ ਠੌਰ। ਸਤਿਗੁਰੂ ਜੀ, ਤੁਹਾਡੇ ਭਤੀਜੇ ਦਾ ਵਿਆਹ ਹੈ, ਤੁਹਾਡੇ ਪੁੱਤਰ ਸਮਾਨ ਹੈ, ਤੁਹਾਡਾ ਆਪਣਾ ਹੈ, ਜਾ ਕੇ ਵਿਆਹ ਕਰੋ। ਵਿਆਹ ਦੇ ਵਿੱਚ ਸੱਦਾ ਦੇਣ ਨਹੀਂ ਆਇਆ ਕਿ ਤੁਸੀਂ ਜਾ ਕੇ ਵਿਆਹ ਕਰੋ। ਤੁਸੀਂ ਸੋਢੀਆਂ ਦੇ ਵਿੱਚ ਸਭ ਤੋਂ ਸਿਰਮੌਰ ਹੋ, ਔਰ ਤੁਹਾਡੇ ਚਰਨ ਪੈਣਗੇ, ਤੁਸੀਂ ਵਿਆਹ ਦੇ ਵਿੱਚ ਆਓਗੇ, ਸਾਰੇ ਕਾਰਜ ਸਾਡੇ ਰਾਸ ਹੋਣਗੇ। ਸੁਣ ਸ੍ਰੀ ਰਾਮਦਾਸ ਸਨਮਾਨਾ, ਡੇਰੋ ਦੀਏ ਕਰਾਏ ਸ਼ੁਭ ਥਾਨਾ। ਇਹ ਸੁਣ ਕੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਕਹਿੰਦੇ, ਭਾਈ ਫਿਰ ਤੇ ਵਧਾਈਆਂ ਨੇ, ਖੁਸ਼ੀਆਂ ਦਾ ਸਮਾਂ ਹੈ, ਬੜਾ ਸਨਮਾਨ ਕੀਤਾ। ਔਰ ਭਾਈ ਸਹਾਰੀ ਮੱਲ ਨੂੰ ਸੋਹਣੇ ਟਿਕਾਣੇ 'ਤੇ ਉਹਨਾਂ ਦਾ ਡੇਰਾ ਕਰਾਇਆ ਗਿਆ। ਖਾਣ ਪਾਣ ਕੇ ਸੁਧ ਸਭ ਲੀਨਸ, ਨਿਸ ਪੁਸਤਨ ਹਿਤ ਸਹਿਜਾਦੇ ਨਸ। ਔਰ ਲੰਗਰ ਪਾਣੀ ਜਿਹੜਾ ਉਹ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਆਪ ਨਿਗਰਾਨੀ ਦੇ ਵਿੱਚ ਛਕਾਇਆ ਹੈ, ਖਬਰਸਾਰ ਲਈ ਹੈ। ਹੁਣ ਰਾਤ ਜਦੋਂ ਸੌਣਾ ਹੈ, ਸੌਣ ਵਾਸਤੇ ਸੋਹਣੀ ਸੇਜ, ਸੋਹਣਾ ਪਲੰਗ ਦਿੱਤਾ। ਸਤਿਗੁਰੂ ਹਿਰਦੈ ਬ੍ਰਿਤੰਤ ਵਿਚਾਰਾ,
ਤੇ ਠਾ ਜਾਣ ਨਾ ਬੜੇ ਹਮਾਰਾ। ਭਾਈ ਸਹਾਰੀ ਮੱਲ ਨੂੰ ਸੌਣ ਵਾਸਤੇ ਟਿਕਾਣਾ ਦੇ ਦਿੱਤਾ। ਲੰਗਰ ਪਾਣੀ ਜਦੋਂ ਛਕ ਲਿਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਟਿਕਾਣੇ ਤੇ ਗਏ। ਔਰ ਸਤਿਗੁਰੂ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਵੀ ਸਾਡਾ ਲਾਹੌਰ ਵਿਆਹ ਦੇ ਵਿੱਚ ਜਾਣਾ ਬਣਦਾ ਨਹੀਂ। ਦੇਖੋ ਦੁਨੀਆ ਦੇ ਵਿੱਚ ਅੱਜ ਸਾਡੇ ਵਿੱਚ ਹੋੜ ਲੱਗੀ ਹੋਈ ਹੈ ਕਿ ਜਦੋਂ ਬੇਨਤੀ ਕੀਤੀ ਜਾਂਦੀ ਭਾਈ ਹੁਣ ਤੇ ਖੰਡੇ ਬੱਟ ਦੀ ਪੌ ਲੈ ਲੈ, ਕਿ ਆਹ 2 ਵਿਆਹ ਰਹਿ ਗਏ ਨੇ, ਕਹਿੰਦੇ ਵਿਆਹ ਵੇਖ ਲਈਏ ਫਿਰ ਛਕ ਲਾਂਗੇ। ਸਾਡਾ ਜ਼ੋਰ ਲੱਗਿਆ ਕਿ ਵਿਆਹ ਵੇਖ ਲਈਏ, ਅਸੀਂ ਗੁਰੂ ਵਾਲੇ ਫਿਰ ਬਣ ਜਾਵਾਂਗੇ। ਪਤਾ ਨਹੀਂ ਪਟਾ ਲਿਖਾਇਆ ਕਿ ਉਦੋਂ ਤੱਕ ਜਿਉਂਦੇ ਹੀ ਰਹਿਣਾ ਹੈ। ਪਰ ਧੰਨ ਗੁਰੂ ਰਾਮਦਾਸ ਜੀ ਆਪਣੇ ਭਤੀਜੇ ਦਾ ਵਿਆਹ ਔਰ ਵਿਚਾਰ ਕਰਦੇ ਨੇ ਕਿ ਨਹੀਂ ਭਾਈ ਇਸ ਵਿਆਹ 'ਚ ਸਾਡਾ ਜਾਣਾ ਨਹੀਂ ਬਣਦਾ। ਤੇ ਕਿਉਂ ਨਹੀਂ ਬਣਦਾ? ਇਹ ਸਤਿਗੁਰੂ ਜੀ ਮਨ ਦੇ ਵਿੱਚ ਵਿਚਾਰ ਕਰ ਰਹੇ ਨੇ। ਅਗਣ ਅਨਗਨ ਸੰਗਤ ਨਿਤ ਪ੍ਰਤਿਆਵੈ, ਅਚੇ ਤੇਗ ਰਹਿ ਬਹੁਰ ਸਿਧਾਵੈ। ਕਿਉਂਕਿ ਸਾਡੇ ਕੋਲ ਨਿਤ ਹਰ ਰੋਜ਼ ਅਣਗਿਣਤ ਸੰਗਤ ਆਉਂਦੀ ਹੈ, ਔਰ ਕਈ ਸੰਗਤ ਉਹਨਾਂ ਵਿੱਚੋਂ ਬਹੁਤ ਐਸੇ ਨੇ ਕਿ ਜਿਨ੍ਹਾਂ ਨੇ ਕੇਵਲ ਪਹਿਲੀ ਵਾਰੀ ਆ ਕੇ ਦਰਸ਼ਨ ਕਰਨੇ ਹੁੰਦੇ ਨੇ। ਨਵੀਂ ਸੰਗਤ ਆਉਂਦੀ ਹੈ, ਗੁਰੂ ਘਰ ਵਿੱਚ ਆ ਕੇ ਰਹਿੰਦੇ ਨੇ, ਰੁਕਦੇ ਨੇ, ਲੰਗਰ ਪਾਣੀ ਛਕਦੇ ਨੇ, ਕਈ ਚਲੇ ਜਾਂਦੇ ਨੇ, ਕਈ ਦਿਨ ਰੁਕਦੇ ਨੇ। ਇਮ ਚਿਤਵਤ ਸਤਿਗੁਰੂ ਨੇ ਸੋਏ, ਜਾਗੇ ਬਹੁਰ ਭਰਾਤ ਜਗ ਜਬ ਹੋਏ। ਕਹਿੰਦੇ ਇਸ ਤਰ੍ਹਾਂ ਵਿਚਾਰ ਕਰਕੇ ਗੁਰੂ ਸਾਹਿਬ ਜੀ ਆਰਾਮ ਕਰਨ ਵਾਸਤੇ ਪੈ ਗਏ, ਸੌਂ ਕੇ। ਅੰਮ੍ਰਿਤ ਵੇਲੇ ਫਿਰ ਪੈਰ ਰਾਤ ਰਹਿੰਦੇ ਗੁਰੂ ਸਾਹਿਬ ਜੀ ਉੱਠੇ ਨੇ। ਆਦ ਇਸ਼ਨਾਨ ਕਰਿਆ ਕਰ ਸਾਰੀ, ਬੈਠਿਓ ਗੁਰ ਢਿਗ ਅਣ ਸੰਹਾਰੀ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨਿਤ ਦੀ ਤਰ੍ਹਾਂ ਸੋਚ ਇਸ਼ਨਾਨ ਕੀਤਾ ਹੈ, ਨੇਮ ਨੂੰ ਨਿਭਾਇਆ ਹੈ। ਸਤਿਗੁਰੂ ਜੀ ਦਰਬਾਰ ਦੇ ਵਿੱਚ ਆ ਕੇ ਸੱਜੇ ਨੇ। ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ, ਔਰ ਭਾਈ ਸਹਾਰੇ ਮੱਲ ਵੀ ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਗੁਰੂ ਸਾਹਿਬ ਦੇ ਕੋਲ ਬੈਠ ਜਾਂਦੇ ਨੇ। ਹਾਥ ਜੋੜ ਕਰ ਕੀਨਸ ਬਿਨਤੇ, ਜੋ ਤਿਆਰ ਆਪ ਤਜ ਗਿਣਤੀ। ਆਸਾ ਕੀ ਵਾਰ ਦਾ ਜਦੋਂ ਭੋਗ ਪਾਇਆ ਗਿਆ ਤੇ ਭਾਈ ਸਹਾਰੇ ਮੱਲ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਚਲੋ ਫਿਰ ਹੋ ਜਾਓ ਤਿਆਰੀ ਕੱਸ ਲਓ ਕਿ ਲਾਹੌਰ ਚੱਲੀਏ ਵਿਆਹ ਦੇ ਵਿੱਚ। ਤੁਸੀਂ ਵਿਆਹ ਆਪ ਕਰਨਾ, ਬਰਾਤ ਦੇ ਨਾਲ ਜਾਣਾ ਹੈ। ਇਸ ਹਿਤਕਾਰ ਨਹਿ ਅਪਰ ਪਠਾਵਾ, ਬਹੁ ਕਾਰਜ ਤਾਜੇ ਕਰ ਮੈਂ ਆਵਾ। ਸਤਿਗੁਰੂ ਜੀ ਮੈਂ ਤਾਂ ਆਪ ਜੀ ਨੂੰ ਲੈਣ ਵਾਸਤੇ ਆਇਆ ਹਾਂ, ਤਾਂ ਹੀ ਤਾਂ ਕਿਸੇ ਲਾਗੀ ਨੂੰ ਨਹੀਂ ਘੱਲਿਆ, ਤਾਂ ਹੀ ਤਾਂ ਕਿਸੇ ਹੋਰ ਦੇ ਹੱਥ ਸੁਨੇਹਾ ਨਹੀਂ ਘੱਲਿਆ ਕਿ ਵਿਆਹ ਰੱਖਿਆ ਹੋਇਆ, ਵਿਆਹ ਦੇ ਵਿੱਚ ਸਾਰੇ ਕਾਰਜ ਵਿੱਚ ਛੱਡ ਕੇ ਆਪ ਆਇਆ ਹਾਂ। ਤੁਸੀਂ ਕਿਰਪਾ ਕਰੋ ਹੁਣ ਤਿਆਰ ਹੋਵੋ। ਜਾਂ ਤੇ ਮੇਰੋ ਪ੍ਰੇਮ ਵਿਚਾਰੋ, ਕਰੋ ਭਤੀਜੇ ਕੋ ਇਹ ਪਿਆਰੋ। ਸਤਿਗੁਰੂ ਜੀ ਆਪਣੇ ਭਤੀਜੇ ਨੂੰ ਤੁਸੀਂ ਵੀ ਪਿਆਰ ਕਰ ਦਿਓ, ਜਾ ਕੇ ਵਿਆਹ ਵੀ ਤੁਸੀਂ ਕਰਨਾ ਹੈ। ਔਰ ਮੇਰੇ ਪ੍ਰੇਮ ਵੱਲੇ ਵੀ ਦੇਖੋ ਕਿ ਮੈਂ ਆਪ ਜੀ ਨੂੰ ਲੈਣ ਵਾਸਤੇ ਆਇਆ ਹਾਂ। ਤੁਮਰੇ ਚਰਨ ਪਰੇ ਘਰ ਮੇਰੇ, ਵਡਿਆਈ ਜਗ ਹੋਏ ਵਡੇਰੇ। ਤੇ ਸਤਿਗੁਰੂ ਜੀ ਕਿਉਂਕਿ ਤੁਸੀਂ ਸੋਢਿਆਂ ਦੇ ਸਿਰਮੌਰ ਹੋ, ਉੱਚ ਪਦਵੀ ਤੇ ਹੋ, ਜਗਤ ਗੁਰੂ ਹੋ, ਤੁਹਾਡੇ ਚਰਨ ਘਰ ਵਿੱਚ ਪੈਣਗੇ, ਸਾਡੇ ਵੀ ਵਡਿਆਈ ਬਣੇਗੀ, ਸਾਡੇ ਵੀ ਸ਼ੋਭਾ ਬਣੇਗੀ। ਸਭ ਬਿਦ ਕਾਰਜ ਸਰੇ ਹਮਾਰੋ, ਦਰਸ਼ਨ ਮੰਗਲ ਰੂਪ ਤੁਮਾਰੋ। ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰਕੇ ਨਾਲੇ ਤੇ ਆਨੰਦ ਮੰਗਲ ਬਣੇਗਾ, ਤੇ ਤੁਹਾਡੇ ਚਰਨ ਪੈਣ ਕਰਕੇ ਨਾਲੇ ਸਾਡੇ ਸਾਰੇ ਕਾਰਜ ਜਿਹੜੇ ਨੇ ਉਹ ਸੌਰ ਜਾਣਗੇ, ਰਾਸ ਹੋ ਜਾਣਗੇ। ਹੋਏ ਨਾ ਬਿਗਨ ਬਣੋ ਰਖਵਾਰੋ, ਮਮ ਸੁਤ ਨਿਜ ਸੁਤ ਸਮ ਨਿਰਧਾਰੋ। ਸਤਿਗੁਰੂ ਜੀ ਮੇਰਾ ਪੁੱਤਰ ਤੁਹਾਡਾ ਹੀ ਪੁੱਤਰ ਹੈ, ਆਪ ਜੀ ਦੇ ਚਰਨ ਪੈਣਗੇ, ਸਾਡੇ ਕੰਮ ਵਿੱਚ ਕੋਈ ਵਿਘਨ ਨਹੀਂ ਪਏਗਾ, ਕਿਉਂਕਿ ਤੁਸੀਂ ਆਪ ਸਾਡੇ ਰਾਖੇ ਹੋਣਾ ਹੈ। ਸੁਣੇ ਪ੍ਰਾਤ ਕੇ ਬਾਕ ਕਿਰਪਾਲਾ, ਪਰੇ ਸਨੇਹ ਅਸ਼ੇ ਵਿਸਾਲਾ। ਸੁਣੇ ਭਰਾਤ ਕੇ ਬਾਕ ਕਿਰਪਾਲਾ, ਕਿਰਪਾਲੂ ਗੁਰੂ ਜੀ ਨੇ ਜਦੋਂ ਭਰਾ ਜੀ ਦੇ, ਵੱਡੇ ਭਰਾ ਦੇ ਇਹ ਬੋਲ ਸੁਣੇ, ਔਰ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਵਿੱਚ
ਅੱਗੋਂ ਬਚਨ ਕਰਦੇ ਨੇ, ਤੇ ਸਨਮਾਨ ਰੱਖ ਬੇਹਿਤਾ, ਮ੍ਰਿਦਲ ਕਹਿਓ ਸੋਡੇ ਕੁਲ ਖੇਤਾ। ਸੋਡੇ ਕੁਲ ਦੇ ਸੁਰਮੋਰ ਸਤਿਗੁਰੂ ਜੀ ਵੱਡੇ ਭਰਾ ਦਾ ਸਨਮਾਨ ਰੱਖਣ ਵਾਸਤੇ, ਆਦਰ ਮਾਣ ਰੱਖਣ ਵਾਸਤੇ ਬੜੇ ਪਿਆਰ ਦੇ ਨਾਲ ਪਹਿਲੋਂ ਤਾਂ ਮਿੱਠੇ ਬੋਲ ਬੋਲਦੇ ਨੇ ਕਿ ਜਥਾ ਜੋਗ ਤੁਮ ਭਾਖਤ ਭਰਾਤਾ, ਤੋ ਸੁਣੋ ਹਮਰੇ ਬਿਰਤਾਂਤਾ। ਸਤਿਗੁਰੂ ਜੀ ਕਹਿੰਦੇ ਨੇ ਭਰਾ ਜੀ ਕਿ ਤੁਸੀਂ ਬਿਲਕੁਲ ਜਿਹੜੀਆਂ ਗੱਲਾਂ ਕਹੀਆਂ ਨੇ ਸਾਰੀਆਂ ਠੀਕ ਨੇ, ਤੁਸੀਂ ਠੀਕ ਕਹਿੰਦੇ ਹੋ, ਅਸੀਂ ਜਾਵਾਂਗੇ, ਤੁਹਾਡੀ ਵੀ ਵਡਿਆਈ ਬਣੇਗੀ, ਕਾਰਜ ਵੀ ਰਾਸ ਹੋਣਗੇ, ਰੌਣਕ ਮੇਲਾ ਵੀ ਬਣੇਗਾ, ਆਨੰਦ ਮੰਗਲ ਵੀ ਬਣੇਗਾ। ਪਰ ਫਿਰ ਵੀ ਸਾਡੀ ਇੱਕ ਬੇਨਤੀ ਹੈ, ਉਹ ਸੁਣੋ। ਹੁਣ ਇਹ ਧੰਨ ਗੁਰੂ ਰਾਮਦਾਸ ਜੀ ਫਿਰ ਬਚਨ ਕਰਦੇ ਨੇ ਕਿ ਸਾਡੀ ਬੇਨਤੀ ਹੈ, ਉਹ ਵੀ ਸੁਣ ਲਓ। ਦੇਸ਼ ਵਿਦੇਸਣ ਸੰਗਤ ਆਵੇ, ਨਿਤ ਪ੍ਰਤ ਨਹੀਂ ਦਰਸ ਕਰ ਜਾਵੇਂ। ਸਤਿਗੁਰੂ ਜੀ ਕਹਿੰਦੇ ਨੇ ਭਾਈ ਭਰਾ ਜੀ ਵਿਆਹ ਦੇ ਵਿੱਚ ਅਸੀਂ ਨਹੀਂ ਆਉਣਾ। ਹੁਣ ਇਹਦਾ ਮਤਲਬ ਇਹ ਨਹੀਂ ਸੀ ਕਿ ਵਿਆਹ ਵਿੱਚ ਇਸ ਕਰਕੇ ਨਹੀਂ ਆਉਣਾ ਕਿ ਤੁਸੀਂ ਪਹਿਲੋਂ ਕਦੇ ਖਬਰਸਾਰ ਨਹੀਂ ਲਈ। ਨਾਲ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਭਰਾ ਜੀ ਨਿਤ ਨਵੀਂ ਸੰਗਤ ਆਉਂਦੀ ਹੈ, ਜਿਨ੍ਹਾਂ ਨੇ ਪਹਿਲੀ ਵਾਰ ਦਰਸ਼ਨ ਕਰਨੇ ਨੇ, ਤੇ ਉਹ ਦਰਸ਼ਨ ਵਾਸਤੇ ਸਪੈਸ਼ਲ ਕਈ ਕੋਹ ਤੋਂ ਚੱਲ ਕੇ ਆਉਂਦੇ ਨੇ। ਗੁਰ ਸਿੱਖਣ ਕੋ ਹੋਏ ਅਪਮਾਨਾ, ਇਤੇ ਨਾਮੋ ਮਹਿ ਸ਼ਕਤ ਮਹਾਨਾ। ਤੇ ਜੇ ਸਿੱਖ ਸੰਗਤ ਇੱਥੇ ਦਰਸ਼ਨ ਕਰਨ ਵਾਸਤੇ ਆਉਣ, ਮੈਂ ਵਿਆਹ ਵਿੱਚ ਚਲਾ ਜਾਵਾਂ, ਇਹ ਤੇ ਸਾਡੇ ਸਿੱਖਾਂ ਦਾ ਅਪਮਾਨ ਹੋਏਗਾ। ਔਰ ਦੇਖੋ ਸਤਿਗੁਰੂ ਜੀ ਸਾਡਾ ਇੰਨਾ ਸਨਮਾਨ ਕਰਦੇ ਨੇ ਕਿ ਮੈਂ ਵਿਆਹ ਵਿੱਚ ਚਲਾ ਜਾਵਾਂ, ਸਿੱਖ ਦਰਸ਼ਨ ਤੋਂ ਬਿਨਾਂ ਖਾਲੀ ਰਹਿ ਜਾਣ, ਸਿੱਖਾਂ ਦਾ ਅਪਮਾਨ ਹੋਏਗਾ। ਪਰ ਅਸੀਂ ਵਿਚਾਰ ਕਦੇ ਨਹੀਂ ਕੀਤੀ ਕਿ ਸੁਖਮਣੀ ਸਾਹਿਬ ਅਖੰਡ ਸਾਹਿਬ ਪਹਿਲੋਂ ਹਫ਼ਤਾ 10 ਦਿਨ ਪਹਿਲੋਂ ਕਰਾ ਲਓ ਕਿ ਵਿਆਹ ਦੇ ਵਿੱਚ ਗੁਰੂ ਸਾਹਿਬ ਜੀ ਨਾ ਆ ਜਾਣਾ। ਔਰ ਕਿਉਂ ਨਾ ਆਉਣੇ ਆਪਾਂ ਸਾਰਿਆਂ ਨੂੰ ਪਤਾ ਹੈ, ਕਿਉਂਕਿ ਜੋ ਕੁਝ ਅਸੀਂ ਵਿਆਹ ਦੇ ਵਿੱਚ ਕਰਨਾ ਗੁਰੂ ਸਾਹਿਬ ਤੇ ਰੁਕਣਾ ਹੈ। ਫਿਰ ਅਸੀਂ ਭੰਗੜੇ ਨਹੀਂ ਪਾ ਸਕਦੇ, ਫਿਰ ਅਸੀਂ ਉਹ ਖਾ ਪੀ ਨਹੀਂ ਸਕਦੇ ਜੋ ਕੁਝ ਸਾਨੂੰ ਗੁਰੂ ਨੇ ਮਨਾ ਕਰਨਾ ਹੈ। ਕਾਰਨ ਇਹੀ ਹੈ। ਫਿਰ ਕਿਹਾ ਜਾਂਦਾ ਕਿ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਹੋਣਾ। ਗੱਲ ਤਾਂ ਠੀਕ ਹੈ, ਫਿਰ ਸਤਿਕਾਰ ਥੋੜ੍ਹੀ ਹੈ ਕਿ ਭੋਗ ਪਾਇਆ ਜਾਂਦਾ। ਕਈਆਂ ਦਾ ਅਗਲੇ ਦਿਨ ਬਰਾਤ ਚੜ੍ਹਦੀ ਹੁੰਦੀ, ਪਰ ਭੋਗ ਪਾਉਣ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਉਸ ਘਰ ਵਿੱਚ ਜਾ ਕੇ ਦੇਖੀਏ ਤੇ ਫਿਰ ਕਈ ਵਾਰੀ ਪਛਤਾਵਾ ਹੁੰਦਾ ਕਿ ਦੁਬਾਰੇ ਕਿਉਂ ਆ ਗਏ। ਉੱਥੇ ਗੁਰੂ ਦੀ ਪ੍ਰਸੰਨਤਾ ਅਸੀਂ ਕਿੱਥੋਂ ਲਵਾਂਗੇ ਜੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸਾਡੇ ਸਿੱਖ ਆਉਣ, ਸਾਡੇ ਦਰਸ਼ਨਾਂ ਤੋਂ ਬਿਨਾਂ ਜੇ ਖਾਲੀ ਮੁੜ ਜਾਣ, ਸਿੱਖਾਂ ਦਾ ਅਪਮਾਨ ਹੈ। ਇਸ ਕਰਕੇ ਅਸੀਂ ਵਿਆਹ ਵਿੱਚ ਨਹੀਂ ਜਾ ਸਕਦੇ। ਸਤਿਗੁਰ ਪੱਗ ਪੰਕਜ ਕੇ ਪ੍ਰੇਮੀ, ਜਿਨ ਕੋ ਦਰਸ਼ਨ ਨਿਤ ਸੁਖ ਸ਼ੇਮੀ। ਕਿਉਂਕਿ ਕਈ ਗੁਰੂ ਕੇ ਸਿੱਖ ਇੰਨੇ ਪਿਆਰ ਵਾਲੇ ਨੇ, ਗੁਰੂ ਕੇ ਚਰਨਾਂ ਨਾਲ ਇੰਨਾ ਪਿਆਰ ਹੈ ਕਿ ਦਰਸ਼ਨ ਕਰਕੇ ਹੀ ਉਹਨਾਂ ਦੇ ਅੰਦਰ ਸ਼ਾਂਤੀ ਆਉਣੀ ਹੈ। ਬਾਰਿਆਰ ਸਰਾਪ ਸਫਲ ਜਨ ਕੇਰੇ, ਤਿਨਹੁ ਪ੍ਰਸੰਨ ਕਰਨ ਇਸ ਮੇਰੇ। ਔਰ ਕਈ ਇਸ ਭਾਵਨਾ ਨਾਲ ਆਉਂਦੇ ਨੇ ਕਿ ਜਿਹੜੇ ਗੁਰੂ ਸਾਹਿਬ ਦੇ ਬਚਨ ਕਿਸੇ ਵਾਸਤੇ ਵਰ ਬਣ ਜਾਂਦੇ ਨੇ, ਕਿਸੇ ਵਾਸਤੇ ਸ਼ਰਾਪ ਬਣ ਜਾਂਦੇ ਨੇ। ਕਿਉਂਕਿ ਗੁਰੂ ਸਾਹਿਬ ਜੀ ਵਰ ਸ਼ਰਾਪ ਨਹੀਂ ਕਿਸੇ ਨੂੰ ਦਿੰਦੇ, ਪਰ ਉਹ ਸਹਿਸ ਬਾਈ ਬਚਨ ਕਰਦੇ ਨੇ, ਉਹ ਬਚਨ ਵਰ ਜਾਂ ਸ਼ਰਾਪ ਬਣ ਜਾਂਦੇ ਨੇ। ਔਰ ਸਿੱਖ ਇਸ ਭਾਵਨਾ ਨਾਲ ਆਉਂਦੇ ਨੇ ਕਿ ਗੁਰੂ ਸਾਹਿਬ ਦੀ ਪ੍ਰਸੰਨਤਾ ਲੈਣੀ ਹੈ, ਕਿ ਉਹਨਾਂ ਦੇ ਬੋਲ ਸੁਣਨੇ ਨੇ ਜਿਹੜੇ ਸਾਡੇ ਵਾਸਤੇ ਵਰ ਬਣ ਜਾਣ। ਭੱਲਿਆਣ ਕੁਲ ਭੂਖਣ ਕੇ ਦਾਸ, ਨਿਤ ਐਬੋ ਕਬ ਹੋਏ ਨਾ ਨਿਰਾਸ। ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਭਰਾ ਜੀ ਹੋਰ ਸੰਗਤਾਂ ਦੇ ਨਾਲ ਨਾਲ ਭੱਲਿਆਂ ਦੇ ਕੁਲ ਵਿੱਚੋਂ ਵੀ ਕਈ ਵਾਰੀ ਇੱਥੇ ਆ ਜਾਂਦੇ ਨੇ ਦਰਸ਼ਨ ਕਰਨ। ਤੇ ਜੇ ਭੱਲਿਆਂ ਦੇ ਕੁਲ ਵਿੱਚੋਂ ਕੋਈ ਆਵੇ ਨਿਰਾਸ਼ ਵਾਪਸ ਚਲਾ ਜਾਏ, ਸਾਡੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਅਸੀਂ ਉਹਨਾਂ ਨੂੰ ਨਿਰਾਸ਼ ਕਰ ਸਕੀਏ। ਗਏ ਸੌਂਪ ਗੁਰ ਸੰਗਤ ਸਾਰੀ, ਗਮਣੇ ਅਬ ਅਣਬਣੀ ਵਿਚਾਰੀ। ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਾਰੀ ਸੰਗਤ ਸੌਂਪ ਕੇ ਗਏ ਨੇ, ਤੇ ਜੇ ਮੈਂ ਸੰਗਤ ਨੂੰ ਛੱਡ ਕੇ ਚਲਾ ਜਾਵਾਂਗਾ ਤੇ ਭਰਾ ਜੀ ਫਿਰ ਇਹ ਗੱਲ ਨਾ ਮੁਸਾਫਰ ਜੀ ਵੀ ਹੋ ਜਾਣੀ ਹੈ, ਫਿਰ ਤੇ ਅਣਬਣ ਜੀ ਹੋ ਜਾਏਗੀ।
पीर हजारों नर की रहै, सबको खर्च कहाँ निर्भय। क्योंकि हजारां दी भीड़ है। तो भाई जी जे असी आवांगे, संगत जिहड़ी हजारां दी हो सकदी, इत्थों वहीरा कत के लाहौर पहुँचे, तुसीं उन्हां हजारां संगतां दा खर्चा चुक सकदे हो, गुरु की कृपा है। पर फिर भी इन्नी संगत का खर्चा चुकना ये काम भी सौखा नहीं। और फिर अगे गुरु साहब जी कहते हैं असीं क्यों नहीं जाना चाहते, अगली गल भी सुन लो कि जब बरात पहुँचे तह जाए, संगत मेल होए समुदाय। फिर जे असीं बरात विच जावांगे तो भरा जी विचार करके देखो, फिर बरात बरात थोड़ी रह जानी है, वो तो वड्डा नगर कीर्तन बन जाना है। हजारां संगतां जिहड़ियां ने लाहौर तो नाल जाणगियां, अगे पिंडां विच जिथों जिथों पता लगना संगतां ने नाल जाना है, हजारां संगतां दा इकट्ठ होएगा। किम समते सब करे संभारे, इत्यादक लहु हित विचारे। सतगुरु जी कहंदे ने भाई धी वाले ने, वो कुड़म ने, ते इन्नी संगत नूं किवें संभालणगे, इन्ना खर्चा कित्थों करनगे, ये विचार ते करो। जथा जोग सुन बच संहारे, बिना सने पुण गिरा उचारी। ये बचन सुन के भाई सहारी मल जी कहते हैं सतगुरु जी तुहाडे बचन भी सत ने, बिल्कुल योग बचन जथा योग गए ने। पर भाई सहारी मल जी कहते हैं सतगुरु जी फिर भी एक बेनती तो सुन लो कि उचित आप सब मोहे सुनाई, अब पे संगत है समुदाय। क्योंकि जेड़े बचन आप जी ने कहे ने बिल्कुल उचित ने और सच ने, क्योंकि संगत हुण भी सामने हजारां च बैठी है, हजारां सिख संगतां तो हुण इस वेले भी ने। अनगन आए भेर बड़ होए, पुर ग्रामण के सिख सब कोई। ते सतगुरु जी बिल्कुल सत है कि हजारां दी भीड़ इत्थों तुहाडे नाल जाएगी। इत्थों लाहौर जांदे कई पिंड राह दे विच आउणे ने, पिंडां दी संगत होर नाल मिलेगी। ताहां गए समदे हट धरै, भोजन को निज घर करै। फिर लाहौर तो अगे जिथे विआह वास्ते जाना है, कुड़मां दे घर विच जाना है, संगतां होर इकट्ठियां होणगीਆਂ। और अगे जिहड़े फिर साडे कुड़म ने वो तो हट करनगे, जिद करनगे कि भोजन सारे असीं करावांगे। पर इन्नी समर्था उन्हां दे विच कोई नहीं, क्योंकि इन्ना कारोबार कोई नहीं, इन्नी खुली जमीन कोई नहीं। पर उन्होंने हट करना कि असीं लंगर छकावांगे। और फिर बरातां भी आप जी जाणदे हो कि समा उस उदों तो 8-8 दिन बरातां रहिंदियां सन। शकत नायते होए कर जाए, है अणबण मैं भे लख पाए। सतगुरु जी गल तो बिल्कुल ठीक है कि उन्हें लंगर छकाए तो बिना रहना नहीं, पर जे लंगर छकाउणगे तो करजाई बड़े हो जाएंगे। और ये मैं भी नहीं चाहता कि कम होवे, ये तो तुहाडी गल बिल्कुल ठीक है। तो आप मम आवण जानो, करो सफल बिनती एवं मानो। पर फिर भी सतगुरु जी मैं आस लैके आया हाँ, ते अपने सेवक जान के, अपना सिख जान के, भरा जान के, कुछ भी जान के सतगुरु जी मेरे इत्थे आउण दा मुल ते मोड़ो। तो आप मम आवन जानो, मेरा आउणा ते समझो। मेरी एक बेनती फिर भी सुनो कि अपने पुत्र पठो मम संग, होवे शुभ कारज सरबंग। कि सतगुरु जी आप नहीं जा सकते, गल मैनू बिल्कुल समझ आ गई है। आप जी का जाना औखा है, पर आप अपने थां ते अपने किसी को पुत्र नूं नाल भेज दिओ, इन्नी बेनती ते मनो। मम अर्जे तुम मर्जी अंतर, रावर गर्जे रहो निरंतर। और भाई सहारी मल जी हाथ जोड़ के कहते हैं सतगुरु जी तक्का नहीं, ये मेरी अर्जी हुई है, बेनती है। ये मम अर्जी तुम मर्जी।
और शब्द वरत्या मम अर्जी तुम मर्जी अंदर, मेरी तो अर्जी है तुहाडी मर्जी के अंदर। जे तुसी चाहो तो अपनी थां ते पुत्र नूं भेज दिओ, क्योंकि रावर गरजे रहूं निरंतर, मैं तो आप जी की मैनू तो गर्ज है, मैं तो आप जी के हुक्म के अंदर रहना है। सुन श्री रामदास सुख राशि, पृथ्या पुत्र बुलाए वपासी। ये सुन के सतगुरु धन गुरु रामदास जी नाले मुस्कराए ते नाले कहंदे भरा जी ये गल तुहाडी ठीक है कि पुत्र दे नाल जा सकता है। और इन्ने गल कहंदे होए सतगुरु जी ने सिख नूं भेजिया कि भाई प्रिथी चंद नूं बुला के लियाओ, वड्डे पुत्र नूं बुला के लियाओ। निज बंधन के रीत सुनाई, शादे बिखै मिलै समुदाई। बाबा पृथ्वी जी आए ने और आके नमस्कार की, क्योंकि नमस्कार तो करते सन, सेवा भी करते सन, पर यह आप सबनों पता, इतिहास आप सबनों पता है कि बाबा पृथ्वी का नमस्कार करना भी कुछ होर सी। ते जिहड़ी सेवा सारे नूं लगदा सी कि बाबा पृथ्वी जी सेवा सब तो ज़्यादा करते हैं, वो सेवा का हिसाब किताब भी कुछ वखरा सी। आके नमस्कार की, तो जदों नमस्कार करते हैं धन गुरु रामदास जी ने कहते निज बंधन की रीत सुनाई। भाई सहारे मल नाल जिहड़ा रिश्ता सी वो रिश्तेदारी दसी कि भाई ये साडा भरा है, पृथ्वी चंद जी ये तुहाडा ताया जी है, और ये ताया जी आए ने, इन्हां दे पुत्र का विआह है। सतगुरु जी उत्थे बाबा पृथ्वी चंद नूं कहंदे ने, हमरे ताऊ को यह नंदन, बड़ो स्थान उचित है बंधन। भाई ये साडा ताए का पुत्र है, और ताया प्यो का वड्डा भरा हुंदा है, और ये साडा वड्डा भरा है, इस करके इन्हां दा स्थान जिहड़ा साडे तो उच्चा है। ये तुहाडे ताया जी ने। सुत को ब्याहो रचियो चल जायव, तुझको उचित संग एह जायव। कि पुत्र तुहाडे ताए दे पुत्र का विआह है, सहारी मल दे पुत्र का विआह है, तुहाडे भरा का विआह है, तो विआह दे विच तुसीं चले जाओ, क्योंकि तुहाडा जाना उत्थे उचित है। तुसीं वड्डे हो, वड्डे पुत्रो, साडी थां ते जाना है। कि सोडे कुल सब बंद हमारे, मिलो तहां जो जो हित धारे। ते पुत्र सोडे कुल दे साडे उत्थे रिश्तेदार होर भी ने, जाके नाले ते रिश्तेदारी सारे नाल कड्डो, जान पछाण बनाओ, सारे नूं मिलो। ते नाले जे ताया जी आए ने, तुहाडे ताया जी, इन्हां दा मान भी रखना, विआह विच भी जाना जरूरी है। केतक दिवस रहो लवपुर में, आवो पुन इच्छा जब उर्मै। ते सतगुरु जी कहंदे ने पुत्र जाओ, विआह तक कुछ दिन उत्थे रहो, तो विआह तो बाद जदों तक तुहाडा चित्त रवे करे उत्थे रह जिओ, जदों चित्त करे उदों वापस आ जिओ, पर एक बार जाके विआह दे विच शामिल हो। अगे बाबा पृथ्वी जी जो फिर उत्तर देंदे ने, उन्हां दा जवाब है, वो किस तरह देंदे ने वो आपां कल विचारांगे समय के मुताबिक। इतनी बेनती प्रवान करनी जो हुई भुलां दी किमा। आओ 1-2 मिनट होर रसना दे नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु